ਹਾਂਜੀ, ਫਿਰ ਕਿੱਦਾਂ? ਹੋਪ ਸਾਰੇ ਤੁਸੀਂ ਵਧੀਆ ਹੋਵੋਗੇ। ਅਤੇ ਆਪਾਂ ਅੱਜ ਜਿਹੜੀ ਵੀਡੀਓ ਲੈ ਕੇ ਆਏ ਬਹੁਤ ਹੀ ਸੈਂਸਿਟਿਵ ਮੁੱਦਾ ਉਹ 'ਤੇ ਆਪਾਂ ਨੇ ਅੱਜ ਗੱਲ ਕਰਨੀ ਹੈ। ਅਤੇ ਜਿਹੜਾ ਤੁਹਾਨੂੰ ਕੀ ਪਤਾ ਹੀ ਹੈ ਕਿ ਅੱਜ ਕੱਲ੍ਹ ਜੋ ਕਿ ਆਪਣਾ ਕਿਸਾਨਾਂ ਨੇ ਉਹ ਲਾਇਆ ਹੋਇਆ ਧਰਨਾ ਲਗਾਇਆ ਹੋਇਆ, ਕਿਉਂ ਲਗਾਇਆ ਹੋਇਆ, ਕਾਫੀ ਲੋਕਾਂ ਨੂੰ ਆਈ ਥਿੰਕ ਨਹੀਂ ਇਹਦੇ ਬਾਰੇ ਨੌਲੇਜ ਹੈਗੀ। ਬਿੱਲ ਬਾਰੇ ਨੌਲੇਜ ਨਹੀਂ ਹੈਗੀ ਕਿ ਗੌਰਮੈਂਟ ਨੇ ਆਪਣਾ 3 ਬਿੱਲ ਲਾਗੂ ਕੀਤੇ ਨੇ ਅਤੇ ਉਹਨਾਂ ਕਰਕੇ ਇੰਨਾ ਜ਼ਿਆਦਾ ਲਾਈਕ ਧਰਨਾ ਲੱਗਿਆ ਹੋਇਆ, ਕਿਉਂਕਿ ਇਹ ਲਾਈਕ ਤਿੰਨੋਂ ਬਿੱਲ ਨੇ ਜਿਹੜੇ ਆਪਣਾ ਟੋਟਲੀ ਕਿਸਾਨਾਂ ਦੇ ਲਾਈਕ ਅਗੇਂਸਟ ਨੇ, ਮਤਲਬ ਕਿ ਕਿਸਾਨੀ ਖ਼ਤਮ ਕਰਨ ਵਾਲੇ ਬਿੱਲ ਨੇ। ਅਤੇ ਆਪਾਂ ਤੁਹਾਨੂੰ ਅੱਜ ਇਹਨਾਂ ਬਾਰੇ ਦੱਸਦੇ ਹਾਂ ਕਿ ਇਹ ਬਿੱਲਸ ਕਿਹੜੇ ਕਿਹੜੇ ਨੇ ਅਤੇ ਇਹਨਾਂ ਦੇ ਕੀ ਕੀ ਨੁਕਸਾਨ ਨੇ। ਅਤੇ ਜਿਹੜਾ ਸਭ ਤੋਂ ਪਹਿਲਾ ਬਿੱਲ ਹੈਗਾ ਉਹ ਹੈਗਾ, ਜੋ ਪਹਿਲਾ ਬਿੱਲ ਹੈ ਉਹ ਹੈ ਦੀ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਬਿੱਲ। ਅਤੇ ਜਿਹੜਾ ਇਹ ਬਿੱਲ ਹੈਗਾ ਮਤਲਬ ਕਿ ਪੰਜਾਬੀ 'ਚ ਇਹਦਾ ਮਤਲਬ ਹੈਗਾ ਕਿ ਇਹਨਾਂ ਨੇ ਮੰਡੀਕਰਨ ਨੂੰ ਖ਼ਤਮ ਕਰਨਾ ਟੋਟਲੀ ਆਪਣਾ ਪੰਜਾਬ 'ਚ, ਅਤੇ ਆਪਣਾ ਪ੍ਰਾਈਵੇਟ ਪਲੇਅਰ ਨੂੰ ਲੈ ਕੇ ਆਉਣਾ ਕਿ ਤੁਸੀਂ ਆਪਣੀ ਜਿਹੜੀ ਫਸਲ ਹੈ ਉਹ ਡਾਇਰੈਕਟ ਪ੍ਰਾਈਵੇਟ ਬੰਦਿਆਂ ਨੂੰ ਵੇਚੋ, ਕਿਸੇ ਨੂੰ ਵੀ ਵੇਚ ਸਕਦੇ ਹੋ ਤੁਸੀਂ। ਬਟ ਅਗਰ ਦੇਖੋ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਲਾਅ ਹੈਗਾ ਸੀਗਾ ਪਹਿਲਾਂ ਅੱਜ ਤੋਂ ਜਦੋਂ ਮੰਡੀਕਰਨ ਸੀਗਾ ਕਿ ਤੁਸੀਂ ਆਪਣੀ ਕਿ ਤੁਸੀਂ ਆਪਣੀ ਪ੍ਰਾਈਵੇਟ ਕਿਸੇ ਬੰਦੇ ਨੂੰ ਨਹੀਂ ਵੇਚ ਸਕਦੇ। ਤਾਂ ਇੱਦਾਂ ਦਾ ਤਾਂ ਹੈਗਾ ਹੀ ਨਹੀਂ ਸੀਗਾ ਕੁਛ। ਬਟ ਹੁਣ ਮਤਲਬ ਕਿ ਇਹਨਾਂ ਨੇ ਇਹ ਬਿੱਲ ਨਾਲ ਇਹਨਾਂ ਨੇ ਕੀ ਕੀਤਾ ਕਿ ਇਹ ਟੋਟਲੀ ਮੰਡੀਕਰਨ ਖ਼ਤਮ ਹੋ ਜਾਊਗਾ, ਅਤੇ ਮਤਲਬ ਕਿ ਗੌਰਮੈਂਟ ਨੇ ਆਪਣਾ ਜਿਹੜੀ ਵੀ ਸਾਰੀ ਮਤਲਬ ਕਿ ਆਪਣਾ ਪੱਲਾ ਝਾੜਤਾ। ਅਤੇ ਮਤਲਬ ਕਿ ਤੁਸੀਂ ਇਹਦੇ ਵਿੱਚ ਇਹਨਾਂ ਨੇ ਮੇਨਲੀ ਇਹ ਕਿਹਾ ਹੈ ਕਿ ਮਤਲਬ ਹੁਣ ਜਿਵੇਂ ਕਿਸਾਨ ਹੈ ਉਹ ਆਪਣੀ ਫਸਲ ਕਿਸੇ ਨੂੰ ਵੀ ਜਾ ਕੇ ਵੇਚ ਸਕਦੇ ਆ, ਉਹ ਵੱਧ ਮੁੱਲ 'ਤੇ ਜਾ ਕੇ ਵੇਚ ਸਕਦੇ ਆ। ਹੁਣ ਆੜਤ ਖਤਮ ਹੋ ਗਈ ਜੀ, ਕਿਸਾਨ ਦੇ ਸਿਰ 'ਤੇ ਕੋਈ ਬੋਝ ਨਹੀਂ ਰਿਹਾ, ਕੋਈ ਕੁਛ ਨਹੀਂ ਹੈ ਕਿ ਕਿਸਾਨ ਜਿੱਥੇ ਮੈਨੂੰ ਜ਼ਿਆਦਾ ਰੇਟ ਮਿਲਦਾ ਹੈ ਉੱਥੇ ਹੀ ਵੇਚ ਸਕਦਾ ਹੈ। ਪਰ ਜੋ ਕਿ ਟੋਟਲੀ ਰੋਂਗ ਹੈ, ਕਿਉਂਕਿ ਆਪਣੇ ਜ਼ਿਆਦਾਤਰ ਜਿਹੜੇ ਕਿਸਾਨ ਆ ਉਹ ਗਰੀਬ ਆ, ਤਾਂ ਮੇਨਲੀ ਡਿਪੈਂਡ ਹੀ ਉਹ ਆੜਤੀਆਂ ਦੇ ਉੱਪਰ ਕਰਦੇ ਆ। ਹਾਂ, ਅਤੇ ਮਤਲਬ ਕਿ ਆੜਤੀ ਕਿਉਂਕਿ ਉਹ ਸਾਰਾ ਕੁਛ ਉਹਨਾਂ ਨੂੰ ਕੋਈ ਲੋੜ ਹੁੰਦੀ ਆ ਤਾਂ ਉਹ ਆੜਤੀਆਂ 'ਤੇ ਡਿਪੈਂਡ ਕਰਦੇ ਆ, ਲਾਈਕ ਕਿ ਉਹ ਲੈ ਲੈਂਦੇ ਨੇ। ਫਿਰ ਐਂਡ ਆਫ 'ਤੇ ਜਦੋਂ ਫਸਲ ਆਉਂਦੀ ਹੈ ਅਤੇ ਆਪਣਾ ਉਹ ਫਸਲ ਉੱਥੇ ਗੇਰ ਦਿੰਦੇ ਨੇ, ਅਤੇ ਮਤਲਬ ਕਿ ਉਹਨਾਂ ਨੂੰ ਕੋਈ ਵੀ ਪੈਸੇ ਦੀ ਵਿਚਾਲੇ ਲੋੜ ਪੈਂਦੀ ਹੈ। ਈਵਨ ਕਿ ਲਾਈਕ ਕਿ ਦਵਾਈਆਂ ਵਗੈਰਾ ਜੋ ਖਾਦਾਂ ਪੈਂਦੀਆਂ ਨੇ ਉਹ ਵੀ ਸਾਰੀਆਂ ਉਹ ਆੜਤੀਆਂ ਤੋਂ ਚੁੱਕਦੇ ਨੇ। ਅਗਰ ਉਹ ਖ਼ਤਮ ਹੋ ਗਿਆ ਤਾਂ ਆੜਤੀਆਂ ਨੇ ਫਿਰ ਉਹਨਾਂ ਨੇ ਵੀ ਨਹੀਂ ਕੁਛ ਵੀ ਦੇਣਾ ਇੱਦਾਂ। ਐਂਡ 2006 ਦੇ ਵਿੱਚ ਇਹ ਵਾਲਾ ਮਾਡਲ ਹੈ ਜਿਹੜਾ ਉਹ ਆਲਰੇਡੀ ਜਿਵੇਂ ਬਿਹਾਰ ਦੇ ਵਿੱਚ ਲੈ ਕੇ ਆਈ ਸੀ ਗਵਰਨਮੈਂਟ, ਅਤੇ ਉੱਥੇ ਇਹ ਮਾਡਲ ਪੂਰੀ ਤਰ੍ਹਾਂ ਫੇਲ ਹੋ ਗਿਆ ਸੀ। ਉੱਥੇ ਵੀ ਇਹਦਾ ਫਾਇਦਾ ਕੁਝ ਵੱਡੇ ਕਿਸਾਨਾਂ ਨੂੰ ਹੀ ਹੋਇਆ ਸੀ। ਜਿਹੜੇ ਛੋਟੇ ਕਿਸਾਨ ਸੀ ਉਹ ਟੋਟਲੀ ਮਜਬੂਰ ਹੋ ਗਏ ਕਿ ਉਹ ਸ਼ਹਿਰ ਜਾ ਕੇ ਕੰਮ ਕਰਨ, ਜਾਂ ਫਿਰ ਤੁਸੀਂ ਦੇਖਿਆ ਹੋਣਾ ਕਿ ਬਿਹਾਰ ਦੇ ਕਿਸਾਨ ਆ ਕੇ ਹਮੇਸ਼ਾ ਦੂਜੀਆਂ ਸਟੇਟਾਂ 'ਚ ਕੰਮ ਕਰਦੇ ਆ। ਹਾਂ, ਅਤੇ ਮਤਲਬ ਕਿ ਮਤਲਬ ਕਿ ਆਪਣਾ ਜੋ ਪੰਜਾਬ 'ਚ ਜਿਹੜੇ ਕਿਸਾਨ ਨੇ ਇਹ ਉਹਨਾਂ ਨੂੰ ਵੀ ਉੱਦਾਂ ਹੀ ਖ਼ਤਮ ਕਰਨਾ ਚਾਹੁੰਦੇ ਨੇ ਕਿਸਾਨੀ ਨੂੰ। ਇਹਦੇ ਵਿੱਚ ਮੇਨ ਹੋ ਸਕਦਾ ਕਿ ਵੱਡੇ ਕਿਸਾਨਾਂ ਦਾ ਜ਼ਰੂਰ ਫਾਇਦਾ ਹੋ ਜਾਏ, ਪਰ ਛੋਟੇ ਕਿਸਾਨ ਨੇ ਜਿਹੜੇ ਉਹ ਟੋਟਲੀ ਬਰਬਾਦ ਹੋ ਜਾਣਗੇ। ਐਂਡ ਆਲਸੋ ਇੱਕ ਸਟੇਟਮੈਂਟ ਜਿਹੜੀ ਪਹਿਲਾਂ ਵਾਇਰਲ ਹੋਈ ਸੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਦਾ ਕਹਿਣਾ ਸੀ ਕਿ ਡਿਵੈਲਪਮੈਂਟ ਉਦੋਂ ਹੀ ਹੋਊਗੀ ਜਦੋਂ ਕਿ ਛੋਟੇ ਕਿਸਾਨ ਖੇਤਾਂ 'ਚੋਂ ਨਿਕਲ ਕੇ ਬਾਹਰ ਸ਼ਹਿਰਾਂ ਦੇ ਵਿੱਚ ਕੰਮ ਕਰਨਗੇ, ਤਾਂ ਕਿ ਸ਼ਹਿਰਾਂ ਨੂੰ ਸਸਤੀ ਲੇਬਰ ਮਿਲੂਗੀ ਐਂਡ ਐਵਰੀਥਿੰਗ। ਸੋ ਆਈ ਥਿੰਕ ਇਹਨਾਂ ਦਾ ਮੇਨ ਮੋਟਿਵ ਇਹ ਬਿੱਲ ਨੂੰ ਲੈ ਕੇ ਆਉਣ ਦਾ ਉਹੀ ਆ। ਪਰ ਉਹਦੇ ਨਾਲ ਨਾਲ ਜਿਹੜੇ ਕਿ ਮੰਡੀਆਂ ਤੋਂ ਆਈ ਥਿੰਕ ਹਾਂ, ਅਤੇ ਆਪਣਾ ਮੰਡੀਆਂ ਤੋਂ 3000 ਤੋਂ 4000 ਕਰੋੜ ਆਮਦਨ ਹੁੰਦੀ ਹੈ, ਜਿਹੜਾ ਟੈਕਸ ਲੈਂਦੇ ਨੇ ਗੌਰਮੈਂਟ। ਅਤੇ ਉਹਦੇ ਨਾਲ ਆਪਾਂ ਨੂੰ ਲਾਈਕ ਜਿਹੜੀਆਂ ਗਰਾਂਟਾਂ ਆਉਂਦੀਆਂ ਪਿੰਡਾਂ 'ਚ ਉਹ ਸਾਰੀਆਂ, ਅਤੇ ਆਪਣੀ ਸਟੇਟ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਸਾਰੀ ਲਈ ਉਹ ਯੂਜ਼ ਕਰਦੇ ਆ। ਅਤੇ ਉਹ ਹੁਣ ਆਉਣਾ ਬੰਦ ਹੋ ਜਾਣਾ ਜਦੋਂ ਇਹ ਮਤਲਬ ਕਿ ਇਹ ਸਾਰਾ ਫਿਰ ਹੁਣ ਇਹ ਜਿਹੜੀਆਂ ਮਤਲਬ ਕਿ ਮਿਲਦੀ ਸੀਗੀਆਂ ਗਰਾਂਟਾਂ ਵਗੈਰਾ ਇਹ ਮਿਲਣੀਆਂ ਨਹੀਂ ਹੈਗੀ, ਉਹ ਪੈਸਾ ਉੱਥੇ ਗੌਰਮੈਂਟ ਨੂੰ ਮਿਲਣਾ ਨਹੀਂ ਹੈਗਾ ਇੱਥੋਂ ਜਿਹੜਾ ਪਹਿਲਾਂ ਮੰਡੀਆਂ ਤੋਂ ਮਿਲਦਾ ਸੀਗਾ। ਅਤੇ ਹੈਗਾ ਆਪਣਾ ਜਿਹੜਾ ਦੂਜਾ ਬਿੱਲ ਹੈਗਾ ਉਹ ਹੈਗਾ ਬੈਰੀਅਰ ਫ੍ਰੀ ਇੰਟਰਸਟੇਟ ਐਂਡ ਇੰਟਰਸਟੇਟ ਐਗਰੀਕਲਚਰ ਪ੍ਰੋਡਿਊਸ। ਅਤੇ ਇਹ ਬਿੱਲ ਜਿਹੜਾ ਇਹਦਾ ਮਤਲਬ ਹੈਗਾ ਕਿ ਤੁਸੀਂ ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਕਿ ਇੱਕ ਕਿਸਾਨ ਇੱਕ ਆਪਣਾ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾ ਕੇ ਆਪਣੀ ਫਸਲ ਵੇਚ ਸਕਦਾ। ਬਟ ਜਿਹੜਾ ਜਿੱਦਾਂ ਕਿ ਤੁਹਾਨੂੰ ਪਤਾ ਕਿ ਜਿਹੜੇ ਪੰਜਾਬ 'ਚ ਨੇ 80% ਕਿਸਾਨ ਨੇ ਉਹ ਲਾਈਕ ਕਿ 4 ਤੋਂ 5 ਕਿੱਲੇ ਵਾਲੇ ਨੇ, ਉਹਨਾਂ ਕੋਲ ਇੰਨਾ ਲਾਈਕ ਕਿ ਐਗਰੀਕਲਚਰ ਉਹ ਇਕਵਿਪਮੈਂਟਸ ਹੀ ਨਹੀਂ ਹੈਗੇ ਕਿ ਉਹ ਆਪਣਾ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਜਾ ਕੇ ਮਤਲਬ ਕਿ ਆਪਣੀ ਫਸਲ ਵੇਚ ਸਕਣ। ਉਹ ਇੰਨਾ ਅਫੋਰਡ ਹੀ ਨਹੀਂ ਕਰ ਸਕਦੇ ਇੰਨਾ ਖਰਚਾ। ਡੈਫੀਨੇਟਲੀ ਉਹਨਾਂ ਦਾ ਤਾਂ ਇੱਕ ਸਟੇਟ ਤੋਂ ਦੂਜੀ ਸਟੇਟ ਜਾਣ 'ਚ ਬਹੁਤ ਜ਼ਿਆਦਾ ਖਰਚਾ ਹੀ ਆ ਜਾਣਾ ਹੈ। ਤਾਂ ਉਹ ਅਗਰ ਰੇਟ ਵੱਧ ਵੀ ਹੋਊਗਾ ਤਾਂ ਡੈਫੀਨੇਟਲੀ ਉਹ ਪ੍ਰੈਫਰ ਹੀ ਨਹੀਂ ਕਰਨਗੇ ਕਿਉਂਕਿ ਉਹ ਦੂਜੀ ਸਟੇਟ 'ਚ ਜਾ ਕੇ ਆਪਣਾ ਮਾਲ ਵੇਚਣ। ਹਾਂ, ਅਤੇ ਦੂਜਾ ਸਰਕਾਰ ਦਾ ਜਿਹੜਾ ਮੇਨ ਮੋਟਿਵ ਆ ਉਹ ਚਾਹੁੰਦੀ ਹੈ ਕਿ ਉਹ MSP ਨੂੰ ਮਿਨੀਮਮ ਸਪੋਰਟ ਪ੍ਰਾਈਸ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਕਿਉਂਕਿ ਉਹ ਉਹਨਾਂ ਨੂੰ ਗੌਰਮੈਂਟ ਆਪਣੇ ਆਪ 'ਤੇ ਇਹਨੂੰ ਬੋਝ ਸਮਝਦੀ ਹੈ, ਕਿਉਂਕਿ ਗੌਰਮੈਂਟ ਨੂੰ ਲਾਈਕ ਉਹ MSP ਲਾਈਕ ਰੇਟਸ ਸਿਲੈਕਟ ਕਰ ਦਿੰਦੇ ਆ ਕਿ ਇੰਨਾ ਉਹਨਾਂ ਨੇ ਫਸਲ ਦਾ ਲੈਣਾ ਹੀ ਲੈਣਾ ਜੋ ਪਹਿਲਾਂ ਹੁੰਦਾ ਸੀਗਾ।
ਤੇ ਫਿਰ ਉਹ ਗਵਰਨਮੈਂਟ ਨੂੰ ਉਹ ਰੇਟ ਤੇ ਫਸਲ ਲੈਣੀ ਹੀ ਲੈਣੀ ਪੈਂਦੀ ਸੀਗੀ, ਜਿੱਕੀ ਜਿਹਨੂੰ ਅੱਗੇ ਹੁਣ ਗਵਰਨਮੈਂਟ ਆਪਣੇ ਸਿਰ ਤੇ ਬੋਝ ਸਮਝ ਰਹੀ ਹੈ ਤੇ ਇਹੀ ਬੋਝ ਨੂੰ ਉਹ ਖਤਮ ਕਰਨ ਲਈ ਆ ਬਿੱਲ ਲੈ ਕੇ ਆਈ ਹੈ। ਜੋ ਤੀਜਾ ਬਿੱਲ ਹੈ ਉਹ ਹੈ ਦੀ ਫਾਰਮਰ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸ ਬਿੱਲ 2020। ਤੇ ਜਿਹੜਾ ਇਹ ਬਿੱਲ ਹੈਗਾ ਇਹਦਾ ਮਤਲਬ ਹੈਗਾ ਕਿ ਜਿਹੜੀ ਗਵਰਨਮੈਂਟ ਹੈ ਉਹ ਚਾਹੁੰਦੀ ਹੈ ਕਿ ਲਾਈਕ ਕਿ ਉਹਨਾਂ ਨੇ ਮਤਲਬ ਕਿ ਕਹਿਤਾ ਕਿ ਤੁਸੀਂ ਹੁਣ ਕਿਸੇ ਮਤਲਬ ਕਿ ਵੱਡੀ ਜਿਹੜੀਆਂ ਫਰਮਸ ਨੇ ਜਾਂ ਕੋਈ ਵੀ ਕੰਪਨੀ ਹੈ ਉਹ ਅਗਰ ਤੁਸੀਂ ਉਹਦੇ ਨਾਲ ਐਗਰੀਮੈਂਟ ਕਰ ਸਕਦੇ ਹੋ ਕਿ ਲਾਈਕ ਕਿ ਕਿੰਨੇ ਵੀ ਸਾਲਾਂ ਦਾ ਕਿ ਤੁਸੀਂ ਉਹਨਾਂ ਨੂੰ ਮਤਲਬ ਕਿ ਫਸਲ ਬੀਜਣ ਤੋਂ ਪਹਿਲਾਂ ਹੀ ਤੁਸੀਂ ਉਹਨਾਂ ਨਾਲ ਆਪਣਾ ਐਗਰੀਮੈਂਟ ਕਰ ਲਓਗੇ ਕਿ ਤੁਸੀਂ ਲਾਈਕ ਕਿ ਆਪਣੀ ਫਸਲ ਹੈ ਇੰਨੇ ਰੇਟ ਤੇ ਮਤਲਬ ਕਿ ਤੁਸੀਂ ਉਹਨਾਂ ਨੂੰ ਦਓਗੇ ਜਦੋਂ ਉਹਦੀ ਕਟਾਈ ਹੋਊਗੀ। ਬਟ ਇਹਦੇ ਥੋੜੇ ਫੋਰ ਨੁਕਸਾਨ ਨੇ। ਐਗਜ਼ਾਮਪਲ ਜਿਵੇਂ ਕੋਈ ਕਿਸਾਨ ਹੈ ਉਹਨੇ ਕਿਸੇ ਕੰਪਨੀ ਦੇ ਨਾਲ 5 ਸਾਲ ਦਾ ਐਗਰੀਮੈਂਟ ਕਰ ਲਿਆ ਔਰ ਆਪਣੀ ਇਹਦੇ ਵਿੱਚ ਇਹ ਕਿ ਚਲੋ ਕਿਸਾਨ ਆਪਣੀ ਫਸਲ ਬੀਜਣ ਤੋਂ ਪਹਿਲਾਂ ਹੀ ਆਪਣਾ ਐਗਰੀਮੈਂਟ ਕਰ ਲੂਗਾ, ਪਰ ਅੱਜ ਜੇ ਉਹਦਾ ਰੇਟ 20 ਰੁਪਏ ਹੈ, ਉਹਨੇ 20 ਰੁਪਏ ਦੇ ਹਿਸਾਬ ਨਾਲ ਐਗਰੀਮੈਂਟ ਕੀਤਾ ਹੈ, ਸਾਲ ਬਾਅਦ ਉਹਦਾ ਰੇਟ ਵੱਧ ਕੇ 25 ਜਾਂ 30 ਰੁਪਏ ਹੋ ਜਾਂਦਾ ਹੈ, ਪਰ ਕਿਸਾਨ ਨੂੰ ਉਹਦੇ ਵਿੱਚ ਨੁਕਸਾਨ ਇਹ ਹੈ ਕਿ ਉਹਨੂੰ 20 ਰੁਪਏ ਹੀ ਮਿਲੇਗਾ, ਉਹਨੂੰ ਉਹਦਾ ਜਿਹੜਾ ਵਧਿਆ ਹੋਇਆ ਰੇਟ ਆ ਉਹ ਨਹੀਂ ਮਿਲੇਗਾ। ਤੇ ਡੈਫੀਨੇਟਲੀ ਐਵਰੀ ਈਅਰ ਜਿਹੜੇ ਖਰਚੇ ਨੇ ਉਹ ਵੱਧਦੇ ਹੀ ਨੇ। ਹਾਂ ਤੇ ਫਿਰ ਉਹਦਾ ਲਾਈਕ ਕਿ ਉਹ ਨੁਕਸਾਨ ਹੁਣ ਇਹ ਨਹੀਂ ਪਤਾ ਕਿ ਲਾਈਕ ਕਿ ਮਤਲਬ ਕਿ ਜਿਹੜੀਆਂ ਦਵਾਈਆਂ ਪੈਂਦੀਆਂ ਨੇ ਖੇਤਾਂ 'ਚ ਤੇ ਹੋਰ ਕੋਈ ਨੁਕਸਾਨ ਹੋ ਜੇ ਤੇ ਉਹ ਮਤਲਬ ਕਿ ਕਿੰਨਾ ਹੋ ਜੇ ਤੇ ਫਿਰ ਮਤਲਬ ਕਿ ਉਹਦੀ ਤਾਂ ਕੋਈ ਵੀ ਗਾਰੰਟੀ ਨਹੀਂ ਹੈਗੀ ਕਿ ਹਾਂ ਉਹਨੂੰ ਤਾਂ ਮਤਲਬ ਕਿ ਜੋ ਉਹਨੇ ਐਗਰੀਮੈਂਟ ਕਰ ਲਿਆ ਇੱਕ ਵਾਰ ਉਹ ਹੀ ਐਗਰੀਮੈਂਟ ਰਹੂਗਾ, ਮਤਲਬ ਕਿ ਕਿਸਾਨ ਨੂੰ ਤਾਂ ਮਿਲਣਾ ਉਹੀ ਪੈਸਾ ਮਿਲਣਾ ਤੇ ਜਿਹੜਾ ਹੁਣ ਉਹ ਵਧੂਗਾ ਜਾਂ ਉਹ ਤੇ ਉਹਦੇ ਨਾਲ ਕਿੰਨਾ ਨੁਕਸਾਨ ਹੋਣਾ ਕਿਸਾਨਾਂ ਦਾ। ਸਰਕਾਰ ਇਹ ਸਭ ਕੁਝ ਦਾਅਵੇ ਕਰ ਰਹੀ ਹੈ ਕਿ ਇਹ ਸਾਰੀਆਂ ਕੁਝ ਅਫਵਾਹਾਂ ਨੇ, ਇੱਦਾਂ ਦਾ ਕੁਝ ਨਹੀਂ ਹੈਗਾ। ਬਟ ਇਹ ਗੱਲ ਹੈ ਕਿ ਅਗਰ ਇਹ ਸਾਰੀਆਂ ਅਫਵਾਹਾਂ ਨੇ ਤਾਂ ਗੌਰਮੈਂਟ ਮਤਲਬ ਕਿ ਸਰਕਾਰ ਇਹ ਸਭ ਕੁਝ ਨੇ ਉਹ ਐਗਰੀਮੈਂਟ ਦੇ ਵਿੱਚ ਕਿਉਂ ਨਹੀਂ ਲਿਖਿਆ ਹੈਗਾ, ਮਤਲਬ ਕਿ ਇੱਕ ਲਾਈਨ ਸੀਗੀ ਐਡ ਕਰ ਸਕਦੀ ਸੀਗੀ ਬਟ ਉਹ ਕਿਉਂ ਨਹੀਂ ਕਰ ਰਹੀ ਹੈਗੀ ਗੌਰਮੈਂਟ। ਐਮਐਸਪੀ ਦੀ ਵੀ ਇੱਕ ਹੀ ਲਾਈਨ ਸੀ, ਉਹ ਅਕੈਡਮੀ ਨੂੰ ਐਡ ਕਰ ਸਕਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ। ਹਾਂ ਕਿ ਮਤਲਬ ਕਿ ਜੋ ਪ੍ਰਾਈਵੇਟ ਫਰਮਸ ਨੇ ਉਹਨਾਂ ਲਈ ਵੀ ਉਹ ਨਿਰਧਾਰਿਤ ਕਰ ਦਿੰਦੀ ਕਿ ਇਹ ਮਿਨੀਮਮ ਐਮਐਸਪੀ ਮਤਲਬ ਕਿ ਮਿਨੀਮਮ ਸਪੋਰਟ ਪ੍ਰਾਈਸ ਹੈ, ਇੰਨਾ ਉਹਨਾਂ ਨੂੰ ਮਤਲਬ ਕਿ ਦੇਣਾ ਹੀ ਦੇਣਾ ਪੈਣਾ। ਮਤਲਬ ਕਿ ਇੱਕ ਲਾਈਨ ਸੀਗੀ ਗਵਰਨਮੈਂਟ ਬਿੱਲ 'ਚ ਐਡ ਕਰ ਸਕਦੀ ਸੀਗੀ ਅਗਰ ਉਹ ਲਾਈਕ ਕਿ ਫਾਰਮਰਸ ਦਾ ਭਲਾਈ ਚਾਹੁੰਦੀ ਹੈ ਤਾਂ ਉਹਨਾਂ ਨੇ ਕਿਉਂ ਨਹੀਂ ਕੀਤਾ ਹੈਗਾ। ਤੇ ਐਂਡ ਦੂਜੀ ਗੱਲ ਇਹ ਸੀ ਕਿ ਗਵਰਨਮੈਂਟ ਕਹਿੰਦੀ ਹੈ ਕਿ ਡੈਫੀਨੇਟਲੀ ਜੇ ਕੱਲ੍ਹ ਨੂੰ ਕਿਸਾਨ ਤੇ ਜਿਹੜੇ ਦੂਜੇ ਪਲੇਅਰਸ ਨੇ ਜਿਹੜੇ ਪ੍ਰਾਈਵੇਟਾਈਜੇਸ਼ਨ ਵਾਲੇ ਜੇ ਉਹਨਾਂ 'ਚ ਕੋਈ ਝਗੜਾ ਹੁੰਦਾ ਹੈ ਤਾਂ ਉਹਨੂੰ ਡੀਸੀ ਜਾਂ ਐਸਟੀਐਮ ਲੈਵਲ ਤੇ ਜਿਵੇਂ ਸੁਲਝਾ ਸਕਦੇ ਨੇ। ਪਰ ਫਿਰ ਅੱਗੇ ਗੱਲ ਉਹੀ ਮਤਲਬ ਇਹਦੇ ਵਿੱਚ ਉਹ ਆਪਣੀ ਮਤਲਬ ਕੋਈ ਕਾਨੂੰਨੀ ਸਹਾਇਤਾ ਨਹੀਂ ਲੈ ਸਕਦੇ, ਉਹ ਅਦਾਲਤ ਦੇ ਵਿੱਚ ਨਹੀਂ ਜਾ ਸਕਦੇ ਜੇ ਕੱਲ੍ਹ ਨੂੰ ਉਹਨਾਂ ਨੂੰ ਐਗਰੀਮੈਂਟ ਨੂੰ ਲੈ ਕੇ ਕੋਈ ਝਗੜਾ ਹੁੰਦਾ ਹੈ। ਫਿਰ ਡੀਸੀ ਜਾਂ ਐਸਟੀਐਮ ਲੈਵਲ ਦੇ ਝਗੜੇ ਸੁਲਝਾਉਣ ਦੇ ਵਿੱਚ ਵੀ ਗੱਲ ਉਹੀ ਆਉਂਦੀ ਹੈ ਕਿ ਉੱਥੇ ਵੀ ਉਹਦੀ ਸੁਣਵਾਈ ਹੋਊਗੀ ਜਿਹਦੀ ਜੇਬ ਭਾਰੀ ਹੋਊਗੀ, ਨਾਰਮਲ ਕਿਸਾਨ ਜਾਂ ਗਰੀਬ ਕਿਸਾਨ ਦੀ ਕਿਤੇ ਵੀ ਜਾ ਕੇ ਕੋਈ ਵੀ ਸੁਣਵਾਈ ਨਹੀਂ ਹੋਏਗੀ ਕਿਉਂਕਿ ਕਾਨੂੰਨੀ ਵਿਵਸਥਾ ਨੂੰ ਜਾਂ ਕਹਿ ਲਓ ਕਿ ਜਿਹੜੀ ਆਰਥਿਕ ਵਿਵਸਥਾ ਸਹੀ ਨਹੀਂ ਹੈ ਉਹ ਕਾਨੂੰਨੀ ਵਿਵਸਥਾ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਸੋ ਇੱਕ ਜਿਹੜੀ ਲਾਸਟ ਸੋਧ ਕੀਤੀ ਹੈ ਸਰਕਾਰ ਨੇ ਬਿੱਲ ਦੇ ਵਿੱਚ ਜਿਹੜਾ ਕਿ ਦੀ ਐਸੈਂਸ਼ੀਅਲ ਕਮੋਡੇਟ ਅਮੈਂਡਮੈਂਟ ਆਰਡੀਨੈਂਸ 2020 ਜਿਹਦੇ ਵਿੱਚ ਮਤਲਬ ਇਹ ਐਕਟ ਸੀ ਜਿਹੜਾ 1955 ਦੇ ਵਿੱਚ ਪਾਸ ਹੋਇਆ ਸੀ ਜਦੋਂ ਆਪਾਂ ਅਮਰੀਕਾ ਤੋਂ ਅਨਾਜ ਜਿਹੜਾ ਸੀ ਉਹ ਮੰਗਵਾਉਂਦੇ ਸੀ। ਹਾਂ ਉਦੋਂ ਆਪਣੇ ਕੋਲ ਇੰਨਾ ਅਨਾਜ ਨਹੀਂ ਸੀਗਾ, ਮਤਲਬ ਕਿ ਉਦੋਂ ਸੀਗਾ ਗਵਰਨਮੈਂਟ ਨੇ ਕਿ ਤੁਸੀਂ ਅਨਾਜ ਆ ਜਿਹੜਾ ਉਹ ਆਪਣੇ ਘਰ ਸਟੋਰ ਨਹੀਂ ਕਰ ਸਕਦੇ ਹੈਗੇ। ਹਾਂ ਇਹ ਜਿਹੜਾ ਕਾਨੂੰਨ ਸੀ ਉਹ ਕਾਲਾਬਾਜ਼ਾਰੀ ਨੂੰ ਰੋਕਣ ਦੇ ਲਈ ਲਿਆਂਦਾ ਗਿਆ ਸੀ ਉਸ ਵੇਲੇ ਤਾਂ ਕਿ ਜਿਹੜੀ ਕਾਲਾਬਾਜ਼ਾਰੀ ਰੁਕ ਸਕੇ ਤੇ ਕੋਈ ਵੀ ਵਪਾਰੀ ਉਹ ਆਪਣੇ ਕੋਲ ਸਟਾਕ ਨਾ ਕਰ ਸਕੇ। ਪਰ ਹੁਣ ਸਰਕਾਰ ਨੇ ਇਹਦੇ ਵਿੱਚ ਅਮੈਂਡਮੈਂਟ ਜੋ ਕੀਤੀ ਹੈ ਉਹਦੇ ਨਾਲ ਕਿਸਾਨਾਂ ਦਾ ਨਹੀਂ ਆਮ ਆਦਮੀ ਦਾ ਵੀ ਨੁਕਸਾਨ ਹੈ ਕਿਉਂਕਿ ਇਸ ਬਿੱਲ ਦੇ ਹਿਸਾਬ ਦੇ ਨਾਲ ਉਹਨਾਂ ਨੇ ਸੋਧ ਕਰਕੇ ਇਹ ਕਿਹਾ ਹੈ ਕਿ ਹੁਣ ਆਲੂ ਕਣਕ ਝੋਨਾ ਜੋ ਵੀ ਹੈ ਜੋ ਵੀ ਵਪਾਰੀ ਹੈ ਉਹਦੀ ਜਿੰਨੀ ਮਰਜ਼ੀ ਚਾਹੇ ਸਟੋਰੇਜ ਕਰ ਸਕਦਾ। ਸਰਕਾਰ ਕਹਿੰਦੀ ਕਿ ਪਹਿਲਾਂ ਤਾਂ ਜ਼ਰੂਰੀ ਸੀ ਕਿਉਂਕਿ ਆਪਾਂ ਬਾਹਰੋਂ ਮੰਗਵਾ ਰਹੇ ਸੀ ਤੇ ਤੁਸੀਂ ਉਹਦਾ ਕੀ ਸੀ ਕਿ ਉਹਨੂੰ ਸਟੋਰ ਨਹੀਂ ਕਰ ਸਕਦੇ, ਬਟ ਹੁਣ ਸਰਕਾਰ ਨੇ ਇਹ ਚੀਜ਼ ਖਤਮ ਕਰ ਦਿੱਤੀ ਹੈ। ਹਾਂ ਕਿ ਤੁਸੀਂ ਆਪਣਾ ਸਟੋਰ ਕਰ ਸਕਦੇ ਹੋ ਬਟ ਇਹਦਾ ਕਿ ਹੁਣ ਵਪਾਰੀ ਜਿੰਨਾ ਮਰਜ਼ੀ ਚਾਹੇ ਸਟੋਰ ਕਰ ਸਕਦਾ। ਬਟ ਇਹਦਾ ਬਹੁਤ ਵੱਡਾ ਨੁਕਸਾਨ ਹੈ ਗਰੀਬ ਬੰਦੇ ਲਈ, ਜੋ ਨਾਰਮਲ ਵਰਗ ਦਾ ਬੰਦਾ ਕਿਉਂ ਉਹਦੇ ਲਈ ਨੁਕਸਾਨ ਇੱਦਾਂ ਕਿ ਜਿੱਦਾਂ ਤੁਸੀਂ ਹੁਣ ਦੇਖਿਆ ਕਿ ਪਿੱਛੇ ਜੇ ਪਿਆਜ਼ ਵਗੈਰਾ ਦਾ ਕਿਤੇ ਆਲੂ ਮਤਲਬ ਕਿ ਪਿਆਜ਼ ਦਾ ਪ੍ਰਾਈਸ ਕਿੰਨਾ ਜ਼ਿਆਦਾ ਹਾਈ ਹੋ ਗਿਆ ਸੀਗਾ। ਇਹੀ ਹੁਣ ਇਦੋਂ ਹੋਣਾ ਜੇਕਰ ਇੱਦਾਂ ਇਹਨਾਂ ਨੇ ਪ੍ਰਾਈਵੇਟੇਸ਼ਨ ਸਾਰੇ ਐਕਟ ਲਾਗੂ ਹੋ ਗਏ ਨੇ, ਜੇ ਅਗਰ ਆਪਣੇ ਨਾ ਖਤਮ ਕੀਤੇ ਸਰਕਾਰ ਨੇ ਤਾਂ ਜਿਹੜੀ ਵੱਡੀਆਂ ਫਰਮਸ ਨੇ ਉਹਨਾਂ ਨੇ ਕੀ ਕਰਿਆ ਕਰਨਾ ਮਤਲਬ ਕਿ ਸਟਾਕ ਕਰਕੇ ਰੱਖ ਲਿਆ ਕਰਨਾ ਜਿੱਦਾਂ ਤੋਂ ਪ੍ਰਾਈਸ ਘੱਟ ਹੋਊਗਾ ਲੈ ਕੇ ਸਸਤੇ ਰੇਟਾਂ 'ਤੇ ਉਹਨਾਂ ਨੇ ਲੈਣਾ ਕਿਉਂਕਿ ਕਿਸਾਨ ਜਿਹੜਾ ਗਰੀਬ ਆ ਉਹਨੂੰ ਮਜਬੂਰੀ 'ਚ ਉਹਨੂੰ ਦੇਣਾ ਹੀ ਵੇਚਣਾ ਹੀ ਪੈਣਾ ਕਿਉਂਕਿ ਉਹਨੂੰ ਅੱਗੇ ਆਪਣੀ ਜੋ ਫਸਲ ਉਗਾਉਣੀ ਆ ਉਹਦੇ ਲਈ ਉਹਨੂੰ ਪੈਸੇ ਚਾਹੀਦੇ ਨੇ। ਔਰ ਨਾਰਮਲੀ ਜਿਵੇਂ ਇਹਦੇ ਵਿੱਚ ਜਿਹੜਾ ਗਰੀਬ ਕਿਸਾਨ ਹੈ ਉਹਦਾ ਤਾਂ ਨੁਕਸਾਨ ਹੀ ਨੁਕਸਾਨ ਹੈ, ਉਹਦੇ ਕੋਲ ਤਾਂ ਰਹਿਣ ਦੇ ਲਈ ਛੱਤ ਮਸਾ ਹੁੰਦੀ ਹੈ, ਉਹਦੇ ਕੋਲ ਇੰਨੀ ਕੈਪੈਸਿਟੀ ਨਹੀਂ ਹੈਗੀ ਕਿ ਉਹ ਆਪਣਾ ਅਨਾਜ ਆ ਜਿਹੜਾ ਹੁਣ ਸਟੋਰ ਕਰਕੇ ਰੱਖ ਲੈ ਜਦੋਂ ਪ੍ਰਾਈਸ ਵਧੂਗਾ ਉਦੋਂ ਵੇਚ ਦੇ, ਉਹ ਤਾਂ ਇਹ ਚੀਜ਼ ਕਰ ਹੀ ਨਹੀਂ ਸਕਦਾ। ਹਾਂ ਤੇ ਮਤਲਬ ਕਿ ਇਹ ਜਿਹੜੇ ਬਿੱਲ ਨੇ ਸਿਰਫ ਇਹਨਾਂ ਦਾ ਤੁਸੀਂ ਜਿਹੜਾ ਮਤਲਬ ਕਿ ਮੇਨ ਮੋਟਿਵ ਇਹਨਾਂ ਦਾ ਇਹੀ ਗਵਰਨਮੈਂਟ ਦਾ ਇਹ ਮਤਲਬ ਕਿ
ਸਿਰਫ ਵੱਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਬੈਨੀਫਿਟ ਹੋ ਸਕਦਾ, ਜਾਂ ਫਿਰ ਵਪਾਰੀਆਂ ਨੂੰ ਇਹਦਾ ਬੈਨੀਫਿਟ ਹੋਣਾ, ਜਿਹੜਾ ਮਤਲਬ ਕਿ ਨੋਰਮਲ ਵਰਗ ਦਾ ਕਿਸਾਨ ਹੈ ਉਹ ਤਾਂ ਲਾਈਕ ਕਿ ਖਤਮ ਹੋ ਜਾਊਗਾ ਇਹ ਬਿਲਸ ਨਾਲ। ਤੇ ਮਤਲਬ ਆਪਾਂ ਨੂੰ ਇਹ ਜਿਹੜਾ ਅੰਦੋਲਨ ਹੈ ਇਹਦੇ ਵਿੱਚ ਕਿਸਾਨਾਂ ਦਾ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ। ਹਾਂ, ਤੇ ਹੁਣ ਤੁਸੀਂ ਅੱਜ ਆਪਣਾ ਤੁਸੀਂ ਦੇਖ ਸਕਦੇ ਹੋ, ਵੈਸੇ ਇੱਕ ਬਹੁਤ ਵਧੀਆ ਗੱਲ ਦੇਖਣ ਨੂੰ ਮਿਲੀ ਹੈ ਕਿ ਜਿਹੜੀ ਆਪਣਾ ਯੂਥ ਸੀਗਾ ਨਾ ਉਹ ਵੀ ਬਹੁਤ ਜ਼ਿਆਦਾ ਲਾਈਕ ਕਿ ਧਰਨਿਆਂ ਦੇ ਵਿੱਚ ਡੇਲੀ ਜਾ ਕੇ ਸਪੋਰਟ ਕਰ ਰਿਹਾ ਆਪਣਾ। ਮਤਲਬ ਕਿ ਨਹੀਂ ਤਾਂ ਤੁਸੀਂ ਪਹਿਲਾਂ ਦੇਖਦੇ ਹੁੰਦੇ ਸੀਗੇ ਕਿ ਜਿਹੜਾ ਕਿਸਾਨ ਮਤਲਬ ਕਿ ਬਜ਼ੁਰਗ ਹੁੰਦੇ ਸੀਗੇ ਉਹੀ ਧਰਨਿਆਂ ਜਾਂਦੇ ਸੀਗੇ, ਬਟ ਇਹ ਬਹੁਤ ਵਧੀਆ ਇਸ ਵਾਰ ਦੇਖਣ ਨੂੰ ਮਿਲਿਆ ਕਿ ਆਪਣਾ ਜਿਹੜਾ ਯੂਥ ਹੈ ਪੰਜਾਬ ਦਾ ਉਹ ਸਾਰਾ, ਤੇ ਮਤਲਬ ਕਿ ਹੋਰ ਹਰਿਆਣਾ ਦਾ ਵੀ, ਤੇ ਉਹ ਵੀ ਨਾਲ ਜਾ ਕੇ ਆਪਣਾ ਧਰਨਿਆਂ 'ਚ ਬੈਠ ਰਿਹਾ ਆਪਣੇ ਬਜ਼ੁਰਗਾਂ ਦੇ ਨਾਲ। ਕਿਉਂਕਿ ਡੈਫੀਨੇਟਲੀ ਆਪਾਂ ਨੂੰ ਐਟ ਅ ਮੋਮੈਂਟ ਇਹ ਚੀਜ਼ ਨਹੀਂ ਦੇਖਣੀ ਚਾਹੀਦੀ ਕਿ ਹਾਂ ਬਈ ਉਹ ਕੋਈ ਲੀਡਰ ਹੈ ਉਹ ਤਾਂ ਕਰਕੇ ਅੱਗੇ ਆ ਕੇ ਸਪੋਰਟ ਕਰ ਰਿਹਾ, ਉਹ ਸਿੰਗਰ ਹੈ ਉਹ ਆਪਣੀ ਮਸ਼ਹੂਰੀ ਲਈ ਆ ਕੇ ਸਪੋਰਟ ਕਰ ਰਿਹਾ ਹੈ ਨਾ। ਐਟ ਅ ਮੋਮੈਂਟ ਜਿਹੜੇ ਵੀ ਲੋਕ ਸਪੋਰਟ ਕਰ ਰਹੇ ਨੇ ਸਾਨੂੰ ਵੱਧ ਚੜ੍ਹ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਉਹ ਕਿਸਾਨਾਂ ਦੀ ਸਪੋਰਟ ਕਰ ਰਹੇ ਨੇ। ਹਾਂ, ਤੇ ਆਪਾਂ ਨੂੰ ਸਾਰਿਆਂ ਨੂੰ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਵੀ ਜਾਈਏ ਤੇ ਆਪਾਂ ਵੀ ਜਾ ਕੇ ਉਹਨਾਂ ਦੇ ਨਾਲ ਮਤਲਬ ਕਿ ਹਿੱਸਾ ਬਣੀਏ ਉੱਥੇ, ਤਾਂ ਕਿ ਆਪਾਂ ਇਹ ਬਿੱਲ ਨੂੰ ਕੈਂਸਲ ਕਰਵਾ ਸਕੀਏ। ਕਿਉਂਕਿ ਅਗਰ ਇਹ ਬਿੱਲ ਨਾ ਕੈਂਸਲ ਹੋਇਆ ਤੇ ਲਾਈਕ ਆਉਣ ਵਾਲੇ ਟਾਈਮ 'ਚ ਆਪਣੇ ਜਿਹੜੇ ਕਿਸਾਨ ਨਹੀਂ ਹੈ ਉਹ ਖਤਮ ਹੋ ਜਾਣੀ ਹੈ ਬਿਲਕੁਲ ਹੀ। ਤੇ ਤੁਹਾਨੂੰ ਜੇ ਕਿਸਾਨ ਖਤਮ ਹੋ ਗਏ ਤੇ ਲਾਈਕ ਅਨਾਜ ਕੌਣ ਉਗਾਊਗਾ। ਹੋਪਫੁਲੀ ਆਪਾਂ ਇਹ ਉਮੀਦ ਕਰਦੇ ਹਾਂ ਕਿ ਜਿਹੜੀ ਸਰਕਾਰ ਆ ਉਹ ਕਿਸਾਨਾਂ ਦੇ ਇਸ ਮੁੱਦੇ ਨੂੰ ਸਮਝੇਗੀ ਤੇ ਉਹਨਾਂ ਦੀ ਸਪੋਰਟ ਕਰੇਗੀ ਤੇ ਇਹ ਬਿੱਲ ਨੂੰ ਰੱਦ ਕਰੇਗੀ। ਤੇ ਆਪਾਂ ਜਿਹੜਾ ਇਸ ਟਾਈਮ ਤੇ ਕਿਸਾਨਾਂ ਦੇ ਨਾਲ ਖੜੇ ਆ। ਤੇ ਜੈ ਜਵਾਨ ਜੈ ਕਿਸਾਨ।